21ਵੀਂ ਸਦੀ ਦਾ ਕਾਰੋਬਾਰ ਰਾਬਰਟ ਟੀ ਕਿਓਸਾਕੀ ਭਾਗ ਦੂਜਾ। ਇੱਕ ਕਾਰੋਬਾਰ, ਦੌਲਤ ਬਣਾਉਣ ਵਾਲੀਆਂ 8 ਸੰਪਤੀਆਂ। 8 ਕਾਰਨ ਜਿਨ੍ਹਾਂ ਦੀ ਬਦੌਲਤ ਨੈਟਵਰਕ ਮਾਰਕੀਟਿੰਗ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਬਣਾ ਸਕਦਾ ਹੈ। ਅਧਿਆਇ 7 ਕਾਰੋਬਾਰ ਵਿੱਚ ਮੇਰੇ ਸਾਲ। ਸ਼ੁਰੂਆਤ ਵਿੱਚ ਹੀ ਮੈਂ ਸਥਿਤੀ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ। ਮੈਂ ਅਸਲ ਵਿੱਚ ਨੈਟਵਰਕ ਮਾਰਕੀਟਿੰਗ ਕਾਰੋਬਾਰ ਵਿੱਚ ਕਦੇ ਨਹੀਂ ਰਿਹਾ ਹਾਂ। ਮੈਂ ਕਿਸੇ ਨੈਟਵਰਕ ਮਾਰਕੀਟਿੰਗ ਕੰਪਨੀ ਦਾ ਮਾਲਕ ਜਾਂ ਡਿਸਟ੍ਰੀਬਿਊਟਰ ਵੀ ਨਹੀਂ ਹਾਂ। ਕਿਸੇ ਨੈਟਵਰਕ ਮਾਰਕੀਟਿੰਗ ਕੰਪਨੀ ਤੋਂ ਮੈਨੂੰ ਕੋਈ ਆਰਥਿਕ ਲਾਭ ਨਹੀਂ ਹੁੰਦਾ ਹੈ ਅਤੇ ਨਾ ਹੀ ਮੈਂ ਕਿਸੇ ਵਿਸ਼ੇਸ਼ ਕੰਪਨੀ ਦਾ ਪ੍ਰਚਾਰ ਪ੍ਰਸਾਰ ਕਰਦਾ ਹਾਂ। ਲੇਕਿਨ ਮੈਂ ਸਾਲਾਂ ਤੋਂ ਇਸ ਪੂਰੇ ਕਾਰ ਵਿਹਾਰ ਦੀ ਪਰਜੋਰ ਆਵਾਜ਼ ਵਿੱਚ ਸਮਰਥਨ ਕਰਦਾ ਆ ਰਿਹਾ ਹਾਂ ਅਤੇ ਇਸ ਅਧਿਆਇ ਵਿੱਚ ਮੈਂ ਤੁਹਾਨੂੰ ਇਸ ਦਾ ਕਾਰਨ ਦੱਸਣਾ ਚਾਹੁੰਦਾ ਹਾਂ। 1975 ਵਿੱਚ ਮੇਰਾ ਨੈਟਵਰਕ ਮਾਰਕੀਟਿੰਗ ਨਾਲ ਪਹਿਲੀ ਵਾਰ ਮੇਲ ਹੋਇਆ ਜਦੋਂ ਇੱਕ ਮਿੱਤਰ ਨੇ ਮੈਨੂੰ ਇੱਕ ਨਵੇਂ ਵਪਾਰਕ ਮੌਕੇ ਦੀ ਪੇਸ਼ਕਸ਼ ਲਈ ਸੱਦਾ ਦਿੱਤਾ। ਕਿਉਂਕਿ ਮੈਨੂੰ ਵਪਾਰਕ ਅਤੇ ਨਿਵੇਸ਼ ਮੌਕਿਆਂ ਦੀ ਪੜਤਾਲ ਕਰਦੇ ਰਹਿਣ ਦੀ ਆਦਤ ਹੈ, ਇਸ ਲਈ ਮੈਂ ਉਸ ਕੋਲ ਜਾਣ ਲਈ ਰਾਜੀ ਹੋ ਗਿਆ। ਹਾਲਾਂਕਿ ਮੈਨੂੰ ਇਹ ਗੱਲ ਥੋੜੀ ਜਿਹੀ ਅਜੀਬ ਲੱਗੀ ਕਿ ਉਹ ਵਪਾਰਕ ਬੈਠਕ ਕਿਸੇ ਆਫਿਸ ਦੀ ਬਜਾਏ ਕਿਸੇ ਦੇ ਘਰ ਵਿੱਚ ਹੋ ਰਹੀ ਸੀ। ਮੈਂ 3 ਘੰਟਿਆਂ ਤੱਕ ਹੋਈ ਪੇਸ਼ਕਸ਼ ਵਿੱਚ ਦੱਸੀਆਂ ਗਈਆਂ ਗੱਲਾਂ ਨੂੰ ਸੁਣਿਆ। ਉਸ ਨੇ ਨੌਕਰੀ ਕਰਨ ਦੀ ਬਜਾਏ ਆਪਣੇ ਆਪ ਦਾ ਕਾਰੋਬਾਰ ਸਥਾਪਿਤ ਕਰਨ ਦਾ ਮਹੱਤਵ ਚੰਗੀ ਤਰ੍ਹਾਂ ਦੱਸਿਆ। ਮੈਂ ਉਸ ਵੱਲੋਂ ਦੱਸੀਆਂ ਗਈਆਂ ਜ਼ਿਆਦਾਤਰ ਗੱਲਾਂ ਨਾਲ ਸਹਿਮਤ ਸੀ। ਪੇਸ਼ਕਸ਼ ਖਤਮ ਹੋਣ ਤੋਂ ਬਾਅਦ ਮੇਰੇ ਮਿੱਤਰ ਨੇ ਮੈਨੂੰ ਪੁੱਛਿਆ ਕਿ ਇਹਨਾਂ ਗੱਲਾਂ ਬਾਰੇ ਮੇਰੇ ਕੀ ਵਿਚਾਰ ਹਨ। ਮੈਂ ਜਵਾਬ ਦਿੱਤਾ, ਇਹ ਰੋਚਕ ਹਨ ਲੇਕਿਨ ਮੇਰੇ ਕੰਮ ਦੇ ਨਹੀਂ ਹਨ। ਮੈਂ ਪਹਿਲਾਂ ਹੀ ਆਪਣੇ ਕਾਰੋਬਾਰ ਨੂੰ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ, ਤਾਂ ਫਿਰ ਦੂਜੇ ਲੋਕਾਂ ਨਾਲ ਕਾਰੋਬਾਰ ਸਥਾਪਿਤ ਕਰਨ ਦੀ ਕੀ ਲੋੜ ਸੀ। ਅਤੇ ਇਸ ਤੋਂ ਇਲਾਵਾ ਇਹ ਨੈਟਵਰਕ ਮਾਰਕੀਟਿੰਗ ਕਾਰੋਬਾਰ ਸੀ। ਮੈਨੂੰ ਦਰਅਸਲ ਜਰਾ ਵੀ ਨਹੀਂ ਸੀ ਪਤਾ ਕਿ ਇਸ ਦਾ ਕੀ ਮਤਲਬ ਹੈ, ਲੇਕਿਨ ਮੈਂ ਸੋਚਿਆ ਕਿ ਮੈਂ ਇਸ ਦਾ ਮਤਲਬ ਜਾਣਦਾ ਹਾਂ ਅਤੇ ਮੈਨੂੰ ਯਕੀਨ ਸੀ ਕਿ ਇਸ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਵੇਗਾ। ਮੈਂ ਆਪਣੇ 2 ਮਿੱਤਰਾਂ ਨਾਲ ਮਿਲ ਕੇ ਜਿਹੜਾ ਸਪੋਰਟਸ ਵਾਲਟ ਬਿਜ਼ਨਸ ਸ਼ੁਰੂ ਕੀਤਾ ਸੀ, ਉਹ ਮੇਰੀ ਪਹਿਲੀ ਨੈਟਵਰਕ ਮਾਰਕੀਟਿੰਗ ਮੀਟਿੰਗ ਤੋਂ ਬਾਅਦ ਛੇਤੀ ਹੀ ਕਾਮਯਾਬ ਹੋ ਗਿਆ। ਮੇਰੀ 2 ਸਾਲ ਦੀ ਕਰੜੀ ਮਿਹਨਤ ਰੰਗ ਲਿਆਉਣ ਲੱਗੀ। ਮੇਰੇ ਦੋਵੇਂ ਪਾਰਟਨਰਾਂ ਅਤੇ ਮੇਰੇ ਉਤੇ ਸਫਲਤਾ, ਸ਼ੋਹਰਤ ਅਤੇ ਦੌਲਤ ਦੀ ਵਰਖਾ ਹੋਣ ਲੱਗੀ। ਅਸੀਂ ਸੌਹਾਂ ਖਾਧੀਆਂ ਸਨ ਕਿ ਸਾਡੇ ਵਿੱਚੋਂ ਹਰੇਕ 30 ਸਾਲ ਦੀ ਉਮਰ ਤੱਕ ਕਰੋੜਪਤੀ ਬਣ ਜਾਏਗਾ ਅਤੇ ਆਪਣੀ ਕਰੜੀ ਮਿਹਨਤ ਦੀ ਬਦੌਲਤ ਅਸੀਂ ਆਪਣੇ ਨਿਸ਼ਾਨੇ ਤੱਕ ਪੁੱਜ ਵੀ ਗਏ। ਇਹ 1970 ਦੇ ਦਹਾਕੇ ਦੀ ਗੱਲ ਸੀ ਜਦੋਂ $1 ਮਿਲੀਅਨ ਸੱਚਮੁੱਚ ਵੱਡੀ ਰਕਮ ਹੁੰਦੀ ਸੀ। ਸਾਡੀ ਕੰਪਨੀ ਅਤੇ ਪ੍ਰੋਡਕਟਸ ਬਾਰੇ ਸਰਫਰ, ਰਨਰਸ ਵਰਲਡ ਅਤੇ ਜੈਂਟਲਮੈਨਜ਼ ਕੁਆਰਟਰਲੀ ਵਰਗੀਆਂ ਮੈਗਜ਼ੀਨਸ ਵਿੱਚ ਲੇਖ ਪ੍ਰਕਾਸ਼ਿਤ ਹੋਏ। ਅਸੀਂ ਖੇਡਾਂ ਦੇ ਸਮਾਨ ਦੀ ਦੁਨੀਆ ਵਿੱਚ ਨਵੀਂ ਧਮਾਕੇਦਾਰ ਚੀਜ਼ਾਂ ਲਿਆਏ ਸੀ ਅਤੇ ਉਸ ਪ੍ਰੋਡਕਟ ਦੀ ਮੰਗ ਪੂਰੀ ਦੁਨੀਆ ਵਿੱਚ ਹੋਣ ਲੱਗੀ। ਅਸੀਂ ਪੂਰੀ ਤਰ੍ਹਾਂ ਸਫਲ ਹੋ ਚੁੱਕੇ ਸੀ। ਇਸ ਤੋਂ ਬਾਅਦ ਮੈਂ ਨੈਟਵਰਕ ਮਾਰਕੀਟਿੰਗ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ, ਘੱਟੋ ਘੱਟ ਅਗਲੇ ਦਹਾਕੇ ਤੱਕ ਤਾਂ ਨਹੀਂ। ਮਸਤਿਸ਼ਕ ਦਾ ਖੁੱਲਣਾ। ਬਾਅਦ ਦੇ ਸਾਲਾਂ ਵਿੱਚ ਮੇਰਾ ਦਿਮਾਗ ਖੁੱਲਣ ਲੱਗਾ। ਮੇਰਾ ਜਿਹੜਾ ਵਾਲਟ ਕਾਰੋਬਾਰ ਹੈਰਾਨੀਜਨਕ ਢੰਗ ਨਾਲ ਸਫਲ ਹੋਇਆ ਸੀ, ਉਹ ਕੁਝ ਸਾਲਾਂ ਵਿੱਚ ਡੁੱਬ ਗਿਆ। ਇਹ ਕਾਫੀ ਨਿਮਰ ਬਣਾਉਣ ਵਾਲਾ ਅਨੁਭਵ ਸੀ ਅਤੇ ਬੜਾ ਸਕਾਰਾਤਮਕ ਵੀ, ਕਿਉਂਕਿ ਇਸ ਦੀ ਬਦੌਲਤ ਮੈਂ ਆਪਣੇ ਆਸ-ਪਾਸ ਦੇ ਸੰਸਾਰ ਨੂੰ ਹੋਰ ਜ਼ਿਆਦਾ ਗੌਰ ਨਾਲ ਦੇਖਿਆ ਅਤੇ ਸਵਾਲ ਪੁੱਛੇ। ਮੇਰੇ ਅਮੀਰ ਡੈਡੀ ਨੇ ਮੈਨੂੰ ਜਿਹੜੀਆਂ ਗੱਲਾਂ ਸਿਖਾਈਆਂ ਸਨ, ਉਹ ਹੋਰ ਜ਼ਿਆਦਾ ਡੂੰਘਾਈ ਨਾਲ ਮੇਰੇ ਦਿਲ ਵਿੱਚ ਉਤਰਨ ਲੱਗੀਆਂ ਅਤੇ ਮੇਰਾ ਨਜ਼ਰੀਆ ਹੋਰ ਵਿਆਪਕ ਹੋਣ ਲੱਗਾ। ਮੈਨੂੰ ਦੂਜੇ ਸਫਲ ਕਾਰੋਬਾਰ ਬਣਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਾ। ਫਿਰ ਇੱਕ ਹੋਰ, ਲੇਕਿਨ ਉਸ ਪਹਿਲੇ ਕਾਰੋਬਾਰ ਤੋਂ ਠੀਕ ਉਲਟ ਇਹਨਾਂ ਵਿੱਚੋਂ ਕੋਈ ਵੀ ਨਹੀਂ ਡੁੱਬਿਆ, ਬਲਕਿ ਲਗਾਤਾਰ ਸਫਲ ਹੁੰਦਾ ਰਿਹਾ। ਉਹਨਾਂ ਸਾਲਾਂ ਦੌਰਾਨ ਮੇਰੇ ਮਨ ਵਿੱਚ ਆਪ ਅਮੀਰ ਬਣਨ ਦਾ ਵਿਚਾਰ ਬੜਾ ਜ਼ੋਰ ਮਾਰ ਰਿਹਾ ਸੀ, ਲੇਕਿਨ ਇਸ ਦੇ ਨਾਲ ਹੀ ਮੈਂ ਅਮੀਰ ਬਣਨ ਵਿੱਚ ਦੂਜਿਆਂ ਦੀ ਮਦਦ ਕਰਨ ਦੇ ਵਿਚਾਰ ਵੱਲ ਆਕਰਸ਼ਿਤ ਹੋਇਆ। ਮੈਨੂੰ ਮਹਿਸੂਸ ਹੋਇਆ ਕਿ ਹਾਲਾਂਕਿ ਵਿਅਕਤੀਗਤ ਸਫਲਤਾ ਨਾਲ ਤਸੱਲੀ ਮਿਲਦੀ ਹੈ, ਲੇਕਿਨ ਜਦੋਂ ਤੁਸੀਂ ਸਫਲ ਹੋਣ ਵਿੱਚ ਦੂਜਿਆਂ ਦੀ ਮਦਦ ਕਰਦੇ ਹੋ ਤਾਂ ਕਿਤੇ ਜ਼ਿਆਦਾ ਸੰਤੋਖ ਮਿਲਦਾ ਹੈ। ਅਗਲੇ 15 ਸਾਲ ਤੱਕ ਮੈਂ ਨੈਟਵਰਕ ਮਾਰਕੀਟਿੰਗ ਬਾਰੇ ਨਕਾਰਾਤਮਕ ਗੱਲਾਂ ਸੁਣਦਾ ਰਿਹਾ, ਜ਼ਿਆਦਾਤਰ ਮਾਮਲਿਆਂ ਵਿੱਚ ਆਪਣੀ ਜਾਣ ਪਛਾਣ ਦੇ ਲੋਕਾਂ ਕੋਲੋਂ। ਆਖਰਕਾਰ ਮੈਂ ਆਪ ਇਸ ਕਾਰੋਬਾਰ ਦੀ ਪੜਚੋਲ ਕਰਨ ਦਾ ਨਿਰਣਾ ਲਿਆ। 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬਿਲ ਨਾਂ ਦੇ ਇੱਕ ਮਿੱਤਰ ਨਾਲ ਮੇਰੀ ਮੁਲਾਕਾਤ ਹੋਈ, ਜਿਹੜਾ ਕਿ ਰਿਟਾਇਰਡ ਅਰਬਪਤੀ ਸੀ। ਅਸੀਂ ਗੱਲਬਾਤ ਕਰਨ ਲੱਗੇ ਅਤੇ ਮੈਨੂੰ ਇਹ ਹੈਰਾਨੀਕੁੰਨ ਤੱਥਾਂ ਤੋਂ ਪਤਾ ਚੱਲਿਆ ਕਿ ਉਹ ਨੈਟਵਰਕ ਮਾਰਕੀਟਿੰਗ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਬਿਲ ਬਹੁਤ ਹੀ ਤੀਖਣ ਬੁੱਧੀ ਅਤੇ ਬੇਹੱਦ ਵਿਹਾਰਕ ਇਨਸਾਨ ਹੈ। ਮੈਂ ਜਾਣਦਾ ਸੀ ਕਿ ਉਸ ਨੇ ਕੁਝ ਸਮਾਂ ਪਹਿਲਾਂ ਹੀ $1 ਅਰਬ ਤੋਂ ਜ਼ਿਆਦਾ ਦੇ ਕਮਰਸ਼ੀਅਲ ਰੀਅਲ ਅਸਟੇਟ ਪ੍ਰੋਜੈਕਟਸ ਪੂਰੇ ਕੀਤੇ ਸਨ। ਮੈਂ ਉਸ ਨੂੰ ਪੁੱਛਿਆ ਕਿ ਆਖਰ ਉਹ ਨੈਟਵਰਕ ਮਾਰਕੀਟਿੰਗ ਵਿੱਚ ਕਿਉਂ ਜੁੜਿਆ, ਉਸ ਨੂੰ ਇਸ ਦੀ ਕੀ ਲੋੜ ਸੀ। ਉਸ ਨੇ ਦੱਸਿਆ, ਸਾਲਾਂ ਤੋਂ ਲੋਕੀ ਮੇਰੇ ਕੋਲ ਰੀਅਲ ਅਸਟੇਟ ਵਿੱਚ ਨਿਵੇਸ਼ ਕਰਨ ਦੀ ਸਲਾਹ ਮੰਗਦੇ ਆ ਰਹੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਮੇਰੇ ਨਾਲ ਨਿਵੇਸ਼ ਕਰ ਸਕਦੇ ਹਨ। ਦੇਖੋ, ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਵਿੱਚ ਜ਼ਿਆਦਾਤਰ ਕੋਲ $50,000 ਜਾਂ $1 ਲੱਖ ਨਹੀਂ ਹੁੰਦੇ, ਜਿਹੜੇ ਮੇਰੇ ਸਤਰ ਦੇ ਰੀਅਲ ਸਟੇਟ ਨਿਵੇਸ਼ਾਂ ਲਈ ਜ਼ਰੂਰੀ ਹੁੰਦਾ ਹੈ। ਅਸਲ ਵਿੱਚ ਉਹਨਾਂ ਵਿੱਚੋਂ ਕਈਆਂ ਕੋਲ ਤਾਂ ਬਿਲਕੁਲ ਹੀ ਪੈਸਾ ਨਹੀਂ ਹੁੰਦਾ। ਕੁਝ ਤਾਂ ਦਿਵਾਲੀਏਪਨ ਦੇ ਸਿਰੇ ਤੋਂ ਸਿਰਫ 2 ਤਨਖਾਹਾਂ ਦੂਰ ਹੁੰਦੇ ਹਨ। ਇਸ ਲਈ ਉਹ ਉਹਨਾਂ ਸਸਤੇ ਬਿਨਾਂ ਡਾਊਨ ਪੇਮੈਂਟ ਵਾਲੇ ਸੌਦਿਆਂ ਦੀ ਤਲਾਸ਼ ਕਰਦੇ ਹਨ, ਜਿਹੜੇ ਅਕਸਰ ਬਹੁਤ ਮਾੜੇ ਨਿਵੇਸ਼ ਸਾਬਤ ਹੁੰਦੇ ਹਨ। ਨੈਟਵਰਕ ਮਾਰਕੀਟਿੰਗ ਰਾਹੀਂ ਮੈਂ ਅਸਲ ਵਿੱਚ ਉਹਨਾਂ ਪੈਸੇ ਬਣਾਉਣ ਵਿੱਚ ਲੋਕਾਂ ਦੀ ਮਦਦ ਕਰ ਸਕਦਾ ਹਾਂ, ਜਿਨ੍ਹਾਂ ਨਾਲ ਉਹ ਰੀਅਲ ਅਸਟੇਟ ਵਿੱਚ ਗੰਭੀਰ ਨਿਵੇਸ਼ ਕਰ
ਸਕਦੇ ਹਨ। ਮੈਂ ਜਿੰਨੇ ਜ਼ਿਆਦਾ ਲੋਕਾਂ ਦੀ ਮਦਦ ਕਰਦਾ ਹਾਂ, ਮੇਰੇ ਕੋਲ ਉਨੇ ਹੀ ਜ਼ਿਆਦਾ ਨਿਵੇਸ਼ਕ ਹੁੰਦੇ ਹਨ। ਉਸਨੇ ਅੱਗੋਂ ਕਿਹਾ, ਇਸ ਤੋਂ ਇਲਾਵਾ ਮੈਨੂੰ ਦਰਅਸਲ ਇਹੋ ਜਿਹੇ ਲੋਕਾਂ ਨਾਲ ਕੰਮ ਕਰਨਾ ਬੜਾ ਚੰਗਾ ਲੱਗਦਾ ਹੈ ਜਿਨ੍ਹਾਂ ਵਿੱਚ ਸਿੱਖਣ ਅਤੇ ਵਿਕਾਸ ਕਰਨ ਦੀ ਭੁੱਖ ਹੁੰਦੀ ਹੈ। ਦੂਜੇ ਪਾਸੇ ਉਹਨਾਂ ਲੋਕਾਂ ਨਾਲ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ ਜਿਹੜੇ ਸੋਚਦੇ ਹਨ ਕਿ ਉਹ ਪਹਿਲਾਂ ਤੋਂ ਹੀ ਸਾਰਾ ਕੁਝ ਜਾਣਦੇ ਹਨ, ਜਿਵੇਂ ਮੇਰੇ ਰੀਅਲ ਅਸਟੇਟ ਸੌਦਿਆਂ ਵਿੱਚ ਅਕਸਰ ਹੁੰਦਾ ਰਹਿੰਦਾ ਹੈ। ਨੈਟਵਰਕ ਮਾਰਕੀਟਿੰਗ ਵਿੱਚ ਮੈਂ ਜਿਨ੍ਹਾਂ ਲੋਕਾਂ ਨਾਲ ਕੰਮ ਕਰਦਾ ਹਾਂ, ਉਹ ਨਵੇਂ ਵਿਚਾਰਾਂ ਨੂੰ ਲੈ ਕੇ ਵਾਕਈ ਰੋਮਾਂਚਿਤ ਹੁੰਦੇ ਹਨ। ਬਿੱਲ ਦੇ ਨਾਲ ਕੁਝ ਮਿੰਟ ਦੀ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਹਵਾਈ ਅੱਡੇ ਵੱਲ ਦੌੜ ਲਾਉਣੀ ਪਈ। ਬਹਰਹਾਲ ਅਗਲੇ ਕੁਝ ਮਹੀਨਿਆਂ ਤੱਕ ਸਾਡਾ ਸੰਵਾਦ ਬਰਾਬਰ ਚੱਲਦਾ ਰਿਹਾ ਅਤੇ ਇਸ ਤੋਂ ਹੋਣ ਵਾਲੇ ਮੁਨਾਫਿਆਂ ਪ੍ਰਤੀ ਮੇਰਾ ਸਨਮਾਨ ਵੀ ਵਧਦਾ ਚਲਾ ਗਿਆ। 1994 ਵਿੱਚ ਮੈਂ ਇਸ ਉਦਯੋਗ ਤੇ ਗੰਭੀਰ ਸ਼ੋਧ ਸ਼ੁਰੂ ਕੀਤਾ। ਮੈਨੂੰ ਜਿਸ ਵੀ ਪ੍ਰੈਜੈਂਟੇਸ਼ਨ ਦੀ ਜਾਣਕਾਰੀ ਮਿਲਦੀ ਸੀ, ਮੈਂ ਉਸ ਵਿੱਚ ਚਲਾ ਜਾਂਦਾ ਅਤੇ ਉੱਥੇ ਕਹੀ ਜਾਣ ਵਾਲੀ ਹਰ ਗੱਲ ਨੂੰ ਗੌਰ ਨਾਲ ਸੁਣਦਾ। ਮੈਂ ਕਈ ਕੰਪਨੀਆਂ ਦੇ ਸਾਹਿਤ ਦਾ ਅਧਿਐਨ ਕੀਤਾ, ਉਹਨਾਂ ਦੇ ਟਰੈਕ ਰਿਕਾਰਡਸ ਤੇ ਨਜ਼ਰ ਪਈ, ਡੂੰਘਾਈ ਵਿੱਚ ਜਾ ਕੇ ਉਹਨਾਂ ਦੀ ਪੜਚੋਲ ਕੀਤੀ। ਮੈਂ ਇਹ ਸਾਰੀ ਘੋਖ ਪੜਚੋਲ ਉਸੇ ਤਰ੍ਹਾਂ ਹੀ ਕੀਤੀ ਜਿਵੇਂ ਮੈਂ ਨਿਵੇਸ਼ ਲਈ ਕਿਸੇ ਵਪਾਰਕ ਕੰਪਨੀ ਦਾ ਅਧਿਐਨ ਕਰਦਾ ਹਾਂ। ਜੇਕਰ ਘੋਖ ਪੜਚੋਲ ਤੋਂ ਬਾਅਦ ਮੈਨੂੰ ਕੰਪਨੀ ਪਸੰਦ ਆ ਜਾਂਦੀ ਤਾਂ ਮੈਂ ਉਸ ਨਾਲ ਜੁੜ ਵੀ ਜਾਂਦਾ ਸਾਂ, ਤਾਂ ਜੋ ਉਸ ਦੇ ਬਾਰੇ ਅੰਦਰਲੀ ਜਾਣਕਾਰੀ ਵੀ ਹਾਸਲ ਕਰ ਸਕਾਂ ਅਤੇ ਇਹ ਜਾਣ ਸਕਾਂ ਕਿ ਅਨੁਭਵ ਅੰਦਰੋਂ ਕਿਵੇਂ ਰਹਿੰਦਾ ਹੈ। ਆਖਰਕਾਰ ਇਹਨਾਂ ਕੰਪਨੀਆਂ ਦੇ ਕੁਝ ਲੀਡਰਜ਼ ਨਾਲ ਮੇਰੀ ਮੁਲਾਕਾਤ ਹੋਣ ਲੱਗੀ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਕਾਰੋਬਾਰ ਦੌਰਾਨ ਮੈਂ ਜਿਹੜੇ ਲੋਕਾਂ ਨੂੰ ਮਿਲਿਆ ਸੀ, ਉਹ ਉਹਨਾਂ ਵਿੱਚੋਂ ਸਭ ਤੋਂ ਬੁੱਧੀਮਾਨ, ਦਿਆਲੂ, ਨੈਤਿਕ, ਅਧਿਆਤਮਕ ਅਤੇ ਪੇਸ਼ੇਵਾਰ ਲੋਕਾਂ ਵਿੱਚੋਂ ਸਨ। ਇੱਕ ਵਾਰ ਜਦੋਂ ਮੈਂ ਆਪਣੇ ਪੱਖਪਾਤੀ ਨਜ਼ਰੀਏ ਤੋਂ ਉੱਭਰ ਗਿਆ ਅਤੇ ਨੈਟਵਰਕ ਮਾਰਕੀਟਿੰਗ ਦੇ ਲੋਕਾਂ ਨਾਲ ਮਿਲਣ ਤੋਂ ਬਾਅਦ ਉਹਨਾਂ ਦਾ ਸਨਮਾਨ ਕਰਨ ਲੱਗਾ ਅਤੇ ਉਹਨਾਂ ਨਾਲ ਜੁੜ ਵੀ ਗਿਆ, ਤਾਂ ਮੈਨੂੰ ਇਸ ਉਦਯੋਗ ਦਾ ਹਿਰਦਾ ਮਿਲ ਗਿਆ ਅਤੇ ਮੈਨੂੰ ਜਿਹੜਾ ਕੁਝ ਮਿਲਿਆ ਉਸ ਨਾਲ ਮੈਂ ਹੈਰਾਨ ਰਹਿ ਗਿਆ। ਜਦੋਂ 1975 ਵਿੱਚ ਪਹਿਲੀ ਵਾਰੀ ਮੀਟਿੰਗ ਵਿੱਚ ਮੈਨੂੰ ਨੈਟਵਰਕ ਮਾਰਕੀਟਿੰਗ ਦੇ ਸੰਕਲਪ ਦੀ ਜਾਣਕਾਰੀ ਮਿਲੀ ਸੀ, ਤਦੋਂ ਮੇਰਾ ਦਿਮਾਗ ਇਸ ਵਿਚਾਰ ਪ੍ਰਤੀ ਘੁੱਟ ਕੇ ਬੰਦ ਹੋ ਗਿਆ ਸੀ। ਹੁਣ ਤਕਰੀਬਨ 20 ਸਾਲਾਂ ਬਾਅਦ ਮੇਰਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ ਸੀ। ਲੋਕ ਕਈ ਵਾਰ ਮੈਨੂੰ ਪੁੱਛਦੇ ਹਨ ਕਿ ਤੁਸੀਂ ਆਪ ਨੈਟਵਰਕ ਮਾਰਕੀਟਿੰਗ ਰਾਹੀਂ ਅਮੀਰ ਨਹੀਂ ਬਣੇ ਹੋ, ਫਿਰ ਤੁਸੀਂ ਦੂਜੇ ਲੋਕਾਂ ਨੂੰ ਇਸ ਰਾਹੀਂ ਦੌਲਤ ਬਣਾਉਣ ਦੀ ਸਲਾਹ ਕਿਉਂ ਦਿੰਦੇ ਹੋ? ਦੇਖੋ, ਕਿਉਂਕਿ ਮੈਂ ਆਪਣੀ ਦੌਲਤ ਨੈਟਵਰਕ ਮਾਰਕੀਟਿੰਗ ਰਾਹੀਂ ਨਹੀਂ ਬਣਾਈ ਹੈ, ਇਸ ਲਈ ਮੈਂ ਇਸ ਉਦਯੋਗ ਬਾਰੇ ਜ਼ਿਆਦਾ ਨਿਰਪੱਖ ਹੋ ਸਕਦਾ ਹਾਂ। ਮੈਂ ਬਾਹਰਲੇ ਵਿਅਕਤੀ ਦੇ ਤੌਰ ਉੱਤੇ ਇਸ ਕਾਰੋਬਾਰ ਦੀ ਕਦਰ ਕਰਨ ਲੱਗਾ ਅਤੇ ਇਹ ਤਦੋਂ ਹੋਇਆ ਜਦੋਂ ਮੈਂ ਪਹਿਲਾਂ ਹੀ ਆਪਣੀ ਦੌਲਤ ਬਣਾ ਚੁੱਕਿਆ ਸੀ ਅਤੇ ਆਰਥਿਕ ਨਜ਼ਰੀਏ ਤੋਂ ਸੁਤੰਤਰ ਵੀ। ਉਂਝ ਜੇਕਰ ਮੈਨੂੰ ਅੱਜ ਦੁਬਾਰਾ ਸਿਫਰ ਤੋਂ ਸਾਰਾ ਕੁਝ ਮੁੜ ਸ਼ੁਰੂ ਕਰਨਾ ਪਵੇ ਤਾਂ ਪੁਰਾਣੀ ਸ਼ੈਲੀ ਦਾ ਕਾਰੋਬਾਰ ਸਥਾਪਿਤ ਕਰਨ ਦੀ ਬਜਾਏ ਮੈਂ ਨੈਟਵਰਕ ਮਾਰਕੀਟਿੰਗ ਦੇ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹਾਂਗਾ। ਤਾਂ ਨੈਟਵਰਕ ਮਾਰਕੀਟਿੰਗ ਆਖਰ ਕੀ ਹੈ? ਮੈਂ ਕਿਹਾ ਸੀ ਕਿ ਮੈਂ ਦਰਅਸਲ ਕਦੇ ਵੀ ਭਾਈਵਾਲ ਦੇ ਤੌਰ ਉੱਤੇ ਨੈਟਵਰਕ ਮਾਰਕੀਟਿੰਗ ਕੰਪਨੀ ਵਿੱਚ ਜੁੜਿਆ ਨਹੀਂ ਰਿਹਾ, ਲੇਕਿਨ ਮੈਂ ਇੱਕ ਇਹੋ ਜਿਹੇ ਸ਼ਖਸ ਨੂੰ ਜਾਣਦਾ ਹਾਂ ਜਿਹੜਾ ਕਾਫੀ ਸਮੇਂ ਤੋਂ ਇਸ ਨਾਲ ਜੁੜਿਆ ਹੋਇਆ ਹੈ ਅਤੇ ਮੈਂ ਉਹਨੂੰ ਆਪਣਾ ਗਿਆਨ ਦਾ ਲਾਹਾ ਦੇਣ ਲਈ ਸੱਦਾ ਦਿੱਤਾ ਹੈ। ਮੇਰੇ ਮਿੱਤਰ ਜੌਨ ਫਲੇਮਿੰਗ ਨੇ ਜੀਵਨ ਵਿੱਚ ਬਤੌਰ ਆਰਕੀਟੈਕਟ ਸ਼ੁਰੂਆਤ ਕੀਤੀ ਸੀ। ਇੱਕ ਵਾਰ ਤਾਂ ਉਹਨਾਂ ਨੇ ਮਸ਼ਹੂਰ ਆਰਕੀਟੈਕਟ ਮਾਈਸ ਵੈਂਡਰ ਰੋਹੇ ਲਈ ਕੰਮ ਵੀ ਕੀਤਾ ਸੀ। ਇਸ ਕਾਰਨ ਵੀ ਮੈਂ ਨੈਟਵਰਕ ਮਾਰਕੀਟਿੰਗ ਪ੍ਰਤੀ ਉਹਨਾਂ ਦੀ ਨੀਤੀ ਦੀ ਕਦਰ ਕਰਦਾ ਹਾਂ। ਖਾਸ ਗੱਲ ਇਹ ਹੈ ਕਿ ਇਸ ਕਾਰੋਬਾਰ ਵਿੱਚ ਉਹਨਾਂ ਨੇ ਵਿਹਾਰਿਕ ਸੰਰਚਨਾ ਅਤੇ ਉਪਯੋਗੀ ਨਿਰਮਾਣ ਦਾ ਉਹੀ ਜੋਸ਼ ਦਿਖਾਇਆ। ਦੂਜੇ ਸ਼ਬਦਾਂ ਵਿੱਚ ਉਹ ਇਹੋ ਜਿਹੀ ਪ੍ਰਣਾਲੀ ਜਾਂ ਸ਼ੈਲੀ ਬਣਾਉਣ ਨੂੰ ਮਹੱਤਵ ਦਿੰਦੇ ਹਨ ਜਿਹੜਾ ਲੰਮੇ ਸਮੇਂ ਤੱਕ ਕਾਇਮ ਰਹੇ। ਜੌਨ ਕੋਲ ਨੈਟਵਰਕ ਮਾਰਕੀਟਿੰਗ ਦਾ ਤਕਰੀਬਨ 40 ਸਾਲਾਂ ਦਾ ਅਨੁਭਵ ਹੈ, ਜਿਸ ਬਦੌਲਤ ਉਹ ਇਹਨਾਂ ਪੰਨਿਆਂ ਰਾਹੀਂ ਸਾਨੂੰ ਲਾਹੇਵੰਦ ਕਰਨਗੇ। ਉਹਨਾਂ ਨੇ ਆਪਣੀ ਖੁਦ ਦੀ ਕੰਪਨੀ ਬਣਾਈ ਅਤੇ ਚਲਾਈ। ਉਹ ਬਹੁਤੀਆਂ ਕੰਪਨੀਆਂ ਵਿੱਚ ਕਈ ਐਗਜ਼ੀਕਿਊਟਿਵ ਅਹੁਦਿਆਂ ਤੇ ਵੀ ਰਹਿ ਚੁੱਕੇ ਹਨ, ਜਿਨ੍ਹਾਂ ਵਿੱਚ ਇੱਕ ਬਹੁਤ ਵੱਡੀ ਅਤੇ ਸਨਮਾਨਿਤ ਕੰਪਨੀ ਵੀ ਸ਼ਾਮਲ ਹੈ। ਇਸ ਵਿੱਚ ਉਹ 15 ਸਾਲਾਂ ਤੱਕ ਰੀਜਨਲ ਵਾਈਸ ਪ੍ਰੈਜ਼ੀਡੈਂਟ ਰਹੇ ਅਤੇ ਫਿਰ ਉਹ ਵਿਕਰੀ, ਰਣਨੀਤੀ, ਸਿਖਲਾਈ ਅਤੇ ਵਿਕਾਸ ਦੇ ਵਾਈਸ ਪ੍ਰੈਜ਼ੀਡੈਂਟ ਵੀ। ਉਹ ਉਦਯੋਗ ਦੇ ਅਨੇਕ ਟ੍ਰੇਡ ਸਮੂਹਾਂ ਵਿੱਚ ਵੀ ਸਰਗਰਮ ਰਹੇ। 1997 ਵਿੱਚ ਡਾਇਰੈਕਟ ਸੇਲਿੰਗ ਐਜੂਕੇਸ਼ਨ ਫਾਊਂਡੇਸ਼ਨ ਨੇ ਜੌਨ ਨੂੰ ਆਪਣੇ ਸਰਵਉੱਚ ਸਨਮਾਨ ਸਰਕਲ ਆਫ ਆਨਰ ਅਵਾਰਡ ਨਾਲ ਨਿਵਾਜਿਆ। ਅੱਜ ਜੌਨ ਡਾਇਰੈਕਟ ਸੇਲਿੰਗ ਨਿਊਜ਼ ਦੇ ਪ੍ਰਕਾਸ਼ਕ ਅਤੇ ਪ੍ਰਮੁੱਖ ਸੰਪਾਦਕ ਦੇ ਤੌਰ ਤੇ ਕੰਮ ਕਰ ਰਹੇ ਹਨ, ਜਿਹੜੀ ਡਾਇਰੈਕਟ ਸੇਲਿੰਗ ਅਤੇ ਨੈਟਵਰਕ ਮਾਰਕੀਟਿੰਗ ਐਗਜ਼ੀਕਿਊਟਿਵ ਦੀ ਸੇਵਾ ਕਰਨ ਵਾਲਾ ਇੱਕ ਸਨਮਾਨਿਤ ਟ੍ਰੇਡ ਪ੍ਰਕਾਸ਼ਨ ਹੈ। ਰਾਬਰਟ ਜੌਨ ਉਹਨਾਂ ਪਾਠਕਾਂ ਲਈ ਜਿਨ੍ਹਾਂ ਨੇ ਸ਼ਾਇਦ ਪਹਿਲਾਂ ਤੋਂ ਨਾ ਪਤਾ ਹੋਵੇ, ਤੁਸੀਂ ਇਹ ਦੱਸੋ ਕਿ ਨੈਟਵਰਕ ਮਾਰਕੀਟਿੰਗ ਆਖਰ ਕੀ ਹੈ ਅਤੇ ਇਸ ਨੂੰ ਕਿਹੜੀ ਚੀਜ਼ ਚਲਾਉਂਦੀ ਹੈ? ਜੌਨ ਨੈਟਵਰਕ ਮਾਰਕੀਟਿੰਗ ਪਿਛਲੀ ਸਦੀ ਦੇ ਮੱਧ ਤੋਂ ਅਨੇਕਾਂ ਰੂਪਾਂ ਨਾਲ ਸਾਡੇ ਵਿਚਕਾਰ ਰਹੀ ਹੈ। ਇਸ ਦਾ ਬੁਨਿਆਦੀ ਵਿਚਾਰ ਸਰਲ ਵੀ ਹੈ ਅਤੇ ਬਿਹਤਰੀਨ ਵੀ। ਪ੍ਰੋਡਕਟਸ ਜਾਂ ਸੇਵਾਵਾਂ ਦੇ ਪ੍ਰਚਾਰ ਲਈ तमाम ਪੇਸ਼ੇਵਰ ਸੰਸਥਾਵਾਂ ਅਤੇ ਮਾਰਕੀਟਿੰਗ ਚੈਨਲਾਂ ਉੱਤੇ ਢੇਰ ਸਾਰਾ ਪੈਸਾ ਖਰਚਣ ਦੀ ਬਜਾਏ ਕਿਉਂ ਨਾ ਉਹਨਾਂ ਲੋਕਾਂ ਨੂੰ ਹੀ ਅਦਾ ਕੀਤੇ ਜਾਣ ਜਿਹੜੇ ਉਹ ਪ੍ਰੋਡਕਟਸ ਨੂੰ ਸਭ ਤੋਂ ਵੱਧ ਪ੍ਰੇਮ ਕਰਦੇ ਹਨ ਅਤੇ ਦੂਜਿਆਂ ਨੂੰ ਵੀ ਉਹਨਾਂ ਬਾਰੇ ਦੱਸਦੇ ਹਨ। ਨੈਟਵਰਕ ਮਾਰਕੀਟਿੰਗ ਕੰਪਨੀ ਬਿਲਕੁਲ ਇਹੀ ਕਰਦੀ ਹੈ। ਉਸ ਨੂੰ ਵਿਕਰੀ ਤੋਂ ਜਿੰਨੇ ਵੀ ਡਾਲਰ ਮਿਲਦੇ ਹਨ, ਉਹਨਾਂ ਦਾ ਇੱਕ ਹਿੱਸਾ ਉਹ ਸੁਤੰਤਰ ਪ੍ਰਤੀਨਿਧੀਆਂ ਨੂੰ ਮੋੜ ਦਿੰਦੀ ਹੈ ਜਿਹੜੇ
ਜਿਹੜੇ ਆਮ ਤੌਰ ਤੇ ਉਸ ਦੇ ਪ੍ਰੋਡਕਟਸ ਦੇ ਸਭ ਤੋਂ ਸਮਰਪਿਤ ਅਤੇ ਉਤਸ਼ਾਹੀ ਗ੍ਰਾਹਕ ਜਾਂ ਉਪਭੋਗਤਾ ਹੁੰਦੇ ਹਨ। ਰੋਬੋਟ। 1 ਮਿੰਟ ਲਈ ਮੈਂ ਇਸ ਦੇ ਵਿਰੋਧੀ ਦੀ ਭੂਮਿਕਾ ਨਿਭਾਉਣਾ ਚਾਹਾਂਗਾ। ਉਂਝ ਇਹ ਕਾਰਗਰ ਕਿਵੇਂ ਹੋ ਸਕਦਾ ਹੈ? ਮੇਰਾ ਮਤਲਬ ਹੈ ਮਾਰਕੀਟਿੰਗ ਦੀ ਖਾਸ ਯੋਗਤਾ ਨਾ ਰੱਖਣ ਵਾਲੇ ਆਮ ਲੋਕਾਂ ਦਾ ਸਮੂਹ ਅਸਲ ਵਿੱਚ ਮੁਕਾਬਲੇ ਦੇ ਅਜੋਕੇ ਮਾਹੌਲ ਵਿੱਚ ਜ਼ਿਆਦਾ ਵਿਕਰੀ ਕਿਵੇਂ ਕਰ ਸਕਦਾ ਹੈ। ਜੌਨ। ਦੇਖਿਓ, ਦਰਅਸਲ ਇਹੀ ਇਸ ਦੀ ਸੁੰਦਰਤਾ ਹੈ। ਜਿਵੇਂ ਹਰ ਮਾਰਕੀਟਿੰਗ ਪ੍ਰੋਫੈਸ਼ਨਲ, ਹਾਲੀਵੁੱਡ ਪ੍ਰੋਡਿਊਸਰ ਅਤੇ ਵੱਡੀ ਕੰਪਨੀ ਦਾ ਮਾਲਕ ਜਾਣਦਾ ਹੈ, ਵਿਅਕਤੀਗਤ ਮੂੰਹ ਜ਼ਬਾਨੀ ਪ੍ਰਚਾਰ ਹੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਚਾਰ ਮਾਧਿਅਮ ਹੁੰਦਾ ਹੈ। ਇਸ ਲਈ ਟੈਲੀਵਿਜ਼ਨ ਉੱਤੇ ਵਿਗਿਆਪਨ ਦੇਣ ਵਾਲੀਆਂ ਕੰਪਨੀਆਂ ਐਕਟਰਾਂ ਨੂੰ ਕਰੋੜਾਂ ਡਾਲਰ ਦੀ ਫੀਸ ਚੁਕਾਉਂਦੀਆਂ ਹਨ ਤਾਂ ਜੋ ਤੁਹਾਡੀ ਮਾਂ, ਤੁਹਾਡੇ ਜੀਵਨ ਸੰਗੀ, ਤੁਹਾਡੇ ਸਭ ਤੋਂ ਪਿਆਰੇ ਮਿੱਤਰ ਜਾਂ ਤੁਹਾਡੇ ਬੱਚਿਆਂ ਵਾਂਗ ਗੱਲ ਕਰਨ। ਇਹ ਲੋਕ ਵਿਅਕਤੀਗਤ ਮੂੰਹ ਜ਼ਬਾਨੀ ਸਬੰਧ ਦੀ ਨਕਲ ਕਰ ਰਹੇ ਹੁੰਦੇ ਹਨ। ਨੈਟਵਰਕ ਮਾਰਕੀਟਿੰਗ ਵਿੱਚ ਅਸੀਂ ਅਸਲੀ ਚੀਜ਼ਾਂ ਦਾ ਹੀ ਇਸਤੇਮਾਲ ਕਰਦੇ ਹਾਂ। ਮਾਡਲ ਦੀ ਅਸਲੀ ਸ਼ਕਤੀ, ਜਿਸ ਨੂੰ ਤੁਸੀਂ ਲੀਵਰੇਜ ਕਹਿੰਦੇ ਹੋ। ਰੋਬਰਟ। ਇਹ ਹੈ ਕਿ ਪ੍ਰਤੀਨਿਧੀ ਦੇ ਤੌਰ ਤੇ ਤੁਹਾਨੂੰ ਸਿਰਫ ਉਨਾ ਹੀ ਪ੍ਰੋਡਕਟਸ ਉੱਤੇ ਕਮਿਸ਼ਨ ਨਹੀਂ ਮਿਲਦਾ ਜਿਸ ਨੂੰ ਤੁਸੀਂ ਲੀਵਰੇਜ ਕਹਿੰਦੇ ਹੋ। ਰੋਬਰਟ। ਇਹ ਹੈ ਕਿ ਪ੍ਰਤੀਨਿਧੀ ਦੇ ਤੌਰ ਤੇ ਤੁਹਾਨੂੰ ਸਿਰਫ ਉਨਾ ਹੀ ਪ੍ਰੋਡਕਟਸ ਉੱਤੇ ਕਮਿਸ਼ਨ ਨਹੀਂ ਮਿਲਦਾ ਜਿਹੜੇ ਤੁਹਾਡੇ ਦੁਆਰਾ ਸੰਦਰਭ ਲੋਕ ਖਰੀਦਦੇ ਹਨ, ਬਲਕਿ ਆਮ ਤੌਰ ਤੇ ਉਨ੍ਹਾਂ ਪ੍ਰੋਡਕਟਸ ਤੇ ਵੀ ਮਿਲਦਾ ਹੈ ਜਿਹੜਾ ਉਹਨਾਂ ਦੁਆਰਾ ਸੰਦਰਭਿਤ ਲੋਕ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਖਰੀਦਦੇ ਹਨ। ਜੇਕਰ ਇਹਨਾਂ ਸਾਰਿਆਂ ਨੂੰ ਜੋੜਿਆ ਜਾਵੇ ਤਾਂ ਅੰਕੜੇ ਕਾਫੀ ਵੱਡੇ ਹੋ ਸਕਦੇ ਹਨ। ਹੁਣ ਇਹ ਤੰਤਰ ਕਿਵੇਂ ਕੰਮ ਕਰਦਾ ਹੈ? ਤੁਸੀਂ ਇਸ ਗੱਲ ਦਾ ਜਵਾਬ ਜਾਣਦੇ ਹੋ। ਦਰਅਸਲ ਡਾਇਰੈਕਟ ਸੇਲਿੰਗ ਨੈਟਵਰਕ ਮਾਰਕੀਟਿੰਗ ਦਾ ਵਾਰਸ਼ਿਕ ਕਾਰੋਬਾਰ ਅੱਜ ਸਾਰੀ ਦੁਨੀਆ ਵਿੱਚ 110 ਅਰਬ ਡਾਲਰ ਤੋਂ ਜ਼ਿਆਦਾ ਦਾ ਹੈ। ਆਰਥਿਕ ਸੰਦਰਭ ਵਿੱਚ ਇਹ ਬਹੁਤ ਵਿਸ਼ਾਲ ਭੂਖੰਡ ਹੈ ਜਿਹੜਾ ਲਗਭਗ ਨਿਊਜ਼ੀਲੈਂਡ, ਪਾਕਿਸਤਾਨ ਜਾਂ ਫਿਲੀਪੀਨਜ਼ ਦੇ ਆਕਾਰ ਦਾ ਹੋਵੇਗਾ। ਮੈਂ ਅਕਸਰ ਇਸ ਬਿਜ਼ਨਸ ਮਾਡਲ ਦਾ ਵਰਣਨ ਕਰਨ ਲਈ ਡਾਇਰੈਕਟ ਸੇਲਿੰਗ ਅਤੇ ਨੈਟਵਰਕ ਮਾਰਕੀਟਿੰਗ ਦੋਨਾਂ ਹੀ ਸ਼ਬਦਾਵਲੀਆਂ ਦਾ ਇਸਤੇਮਾਲ ਕਰਦਾ ਹਾਂ ਕਿਉਂਕਿ ਅੱਜ ਜ਼ਿਆਦਾਤਰ ਡਾਇਰੈਕਟ ਸੇਲਿੰਗ ਕੰਪਨੀਆਂ ਨੈਟਵਰਕ ਮਾਰਕੀਟਿੰਗ ਨੀਤੀ ਉੱਤੇ ਚੱਲ ਰਹੀਆਂ ਹਨ। ਬਹਰਹਾਲ, ਪਰ ਇਸ ਪੁਸਤਕ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਸਿਰਫ ਨੈਟਵਰਕ ਮਾਰਕੀਟਿੰਗ ਦਾ ਹੀ ਇਸਤੇਮਾਲ ਕਰਾਂਗਾ। ਨੈਟਵਰਕ ਮਾਰਕੀਟਿੰਗ ਤੋਂ ਪੂਰੀ ਵਿਕਰੀ ਵੱਧਦੀ ਰਹਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਅਸਲੀ ਜਿੱਤ ਸਥਿਤੀ ਹੈ। ਬਾਜ਼ਾਰ ਵਿੱਚ ਕੰਪਨੀ ਦੀ ਹੈਰਾਨੀਜਨਕ ਢੰਗ ਨਾਲ ਪਹੁੰਚ ਵੱਧ ਜਾਂਦੀ ਹੈ ਅਤੇ ਗ੍ਰਾਹਕਾਂ ਦੀ ਜਾਗਰੂਕਤਾ ਵੀ, ਜਿਸ ਨੂੰ ਰਵਾਇਤੀ ਮਾਰਕੀਟਿੰਗ ਰਾਹੀਂ ਹਾਸਲ ਕਰਨਾ ਬੜਾ ਮੁਸ਼ਕਿਲ ਅਤੇ ਮਹਿੰਗਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸੁਤੰਤਰ ਪ੍ਰਤੀਨਿਧੀ ਨੂੰ ਮਹੱਤਵਪੂਰਨ ਕੈਸ਼ ਫਲੋ ਪ੍ਰਾਪਤ ਕਰਨ ਦਾ ਮੌਕਾ ਵੀ ਮਿਲਦਾ ਹੈ। ਕਿਵੇਂ? ਕੰਪਨੀ ਦੀ ਪ੍ਰੋਡਕਟਸ ਲਾਈਨ ਜਾਂ ਸੇਵਾਵਾਂ ਦਾ ਅਗਵਾਈ ਕਰਨ ਵਾਲਾ ਮਹੱਤਵਪੂਰਨ ਨੈਟਵਰਕ ਬਣਾਉਣ ਲਈ ਮੂੰਹ ਜ਼ਬਾਨੀ ਪ੍ਰਚਾਰ, ਆਪਸੀ ਸਬੰਧਾਂ ਦੀ ਸ਼ਕਤੀ ਦਾ ਬੰਨ ਮਾਰ ਕੇ। ਰੋਬਰਟ। ਤੁਸੀਂ ਕਿਹਾ ਹੈ ਕਿ B ਕੁਆਡਰੈਂਟ ਦੇ ਵਪਾਰ ਵਿੱਚ ਘੱਟੋ-ਘੱਟ 500 ਕਰਮਚਾਰੀ ਹੁੰਦੇ ਹਨ। ਨੈਟਵਰਕ ਮਾਰਕੀਟਿੰਗ ਵਿੱਚ ਤੁਸੀਂ ਕਰਮਚਾਰੀਆਂ ਨੂੰ ਨੌਕਰੀ ਉੱਤੇ ਨਹੀਂ ਰੱਖਦੇ ਹੋ। ਇਸ ਵਿੱਚ ਤਾਂ ਤੁਸੀਂ ਸੁਤੰਤਰ ਨੁਮਾਇੰਦਿਆਂ ਨੂੰ ਸਪਾਂਸਰ ਕਰਦੇ ਹੋ, ਲੇਕਿਨ ਆਰਥਿਕ ਪੈਮਾਨਾ ਉਹੀ ਰਹਿੰਦਾ ਹੈ। ਜਦੋਂ ਤੁਹਾਡੇ ਸੁਤੰਤਰ ਪ੍ਰਤੀਨਿਧੀਆਂ ਦਾ ਨੈਟਵਰਕ ਵੱਧ ਕੇ 300, 400 ਜਾਂ 500 ਵਿਅਕਤੀਆਂ ਦਾ ਹੋ ਜਾਂਦਾ ਹੈ ਤਾਂ ਤੁਹਾਡੇ ਕੋਲ ਇੱਕ ਵੱਡਾ ਸੰਗਠਨ ਹੋ ਜਾਂਦਾ ਹੈ ਜਿਹੜਾ ਕਾਫੀ ਰੈਜ਼ੀਡਿਊਲ ਆਮਦਨੀ ਪ੍ਰਦਾਨ ਕਰਦਾ ਹੈ। ਦੂਜੇ ਲੋਕ ਨੈਟਵਰਕ ਮਾਰਕੀਟਿੰਗ ਬਾਰੇ ਕੀ ਕਹਿੰਦੇ ਹਨ? ਜਿਵੇਂ ਜੌਨ ਕਹਿੰਦੇ ਹਨ, ਇਹ ਮਾਡਲ ਇਸ ਲਈ ਸ਼ਕਤੀਸ਼ਾਲੀ ਹੈ ਕਿਉਂਕਿ ਇਹ ਕਾਰਗਰ ਹੈ ਅਤੇ ਇਹ ਸਿਰਫ ਅਸੀਂ ਹੀ ਨਹੀਂ ਕਹਿੰਦੇ। ਮਸ਼ਹੂਰ ਪ੍ਰਬੰਧ ਮਾਹਰ ਅਤੇ ਬੈਸਟ ਸੇਲਰ ਇਨ ਸਰਚ ਆਫ ਐਕਸੀਲੈਂਸ ਦੇ ਲਿਖਾਰੀ ਟੀਮ ਪੀਟਰਸ ਨੇ ਨੈਟਵਰਕ ਮਾਰਕੀਟਿੰਗ ਦਾ ਵਰਣਨ ਕਰਦਿਆਂ ਕਿਹਾ, ਮਾਰਕੀਟਿੰਗ ਵਿੱਚ ਪਹਿਲਾ ਸੱਚਮੁੱਚ ਕ੍ਰਾਂਤੀਕਾਰੀ ਬਦਲਾਅ ਜਿਹੜਾ 50 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਪਾਰਕਟਰ ਐਂਡ ਗੈਂਬਲ ਅਤੇ ਹਾਰਵਰਡ ਬਿਜ਼ਨਸ ਸਕੂਲ ਵਿੱਚ ਅਜੋਕੀ ਮਾਰਕੀਟਿੰਗ ਦੇ ਆਗਮਨ ਤੋਂ ਬਾਅਦ ਹੋਇਆ ਹੈ। ਨੈਟਵਰਕ ਮਾਰਕੀਟਿੰਗ ਦੀ ਵਰਤਮਾਨ ਅਤੇ ਭਾਵੀ ਸਫਲਤਾ ਬਾਰੇ ਫੋਰਬਸ, ਫੋਰਚੂਨ, ਨਿਊਜ਼ਵੀਕ, ਟਾਈਮ, US ਨਿਊਜ਼ ਐਂਡ ਵਰਲਡ ਰਿਪੋਰਟ, USA ਟੂਡੇ, ਦਾ ਨਿਊਯਾਰਕ ਟਾਈਮ ਐਂਡ ਦਾ ਵਾਲ ਸਟਰੀਟ ਜਰਨਲ ਵਰਗੀ ਮੈਗਜ਼ੀਨਸ ਵਿੱਚ ਬੜੇ ਸਾਰੇ ਲੇਖ ਪ੍ਰਕਾਸ਼ਿਤ ਹੋਏ ਹਨ। ਪਰ 15 ਸਾਲ ਪਹਿਲਾਂ ਇਹਨਾਂ ਵਿੱਚੋਂ ਕਿਸੇ ਵੀ ਮੈਗਜ਼ੀਨ ਨੇ ਇਸ ਵਪਾਰ ਨੂੰ ਸੁਨਹਿਰੀ ਅਵਸਰ ਨਹੀਂ ਸੀ ਕਿਹਾ। ਅਤੇ ਹੁਣ ਦੇਖੋ ਕਿ ਫੋਰਚੂਨ ਦਾ ਨਵਾਂ ਅੰਕ ਨੈਟਵਰਕ ਮਾਰਕੀਟਿੰਗ ਬਾਰੇ ਕੀ ਕਹਿੰਦਾ ਹੈ। ਇੱਕ ਨਿਵੇਸ਼ਕ ਦਾ ਸੁਪਨਾ, ਕਾਰੋਬਾਰੀ ਜਗਤ ਦਾ ਸ੍ਰੇਸ਼ਟ ਢੰਗ ਨਾਲ ਕਾਇਮ ਰਹੱਸ, ਇੱਕ ਉਦਯੋਗ ਜਿਸ ਵਿੱਚ ਸਥਾਈ ਵਾਰਸ਼ਿਕ ਵਿਕਾਸ ਹੈ, ਸਵਸਥ ਕੈਸ਼ ਫਲੋ ਹੈ, ਨਿਵੇਸ਼ਤ ਪੂੰਜੀ ਅਤੇ ਉੱਚਾ ਮੁਨਾਫਾ ਹੈ, ਨਾਲ ਹੀ ਜਿਸ ਵਿੱਚ ਵਿਸ਼ਵ ਵਿਆਪੀ ਵਿਸਤਾਰ ਦੀ ਦੀਰਘਕਾਲੀਨ ਸੰਭਾਵਨਾਵਾਂ ਵੀ ਮੌਜੂਦ ਹਨ। ਵਾਰਨ ਬਫੇਟ ਅਤੇ ਰਿਚਰਡ ਬ੍ਰਾਂਸਨ ਵਿੱਚ ਇੰਨੀ ਜ਼ਿਆਦਾ ਭਿੰਨਤਾ ਹੈ ਜਿੰਨੀ ਕਿ ਦੋ ਲੋਕਾਂ ਵਿਚਕਾਰ ਹੋ ਸਕਦੀ ਹੈ। ਬਫੇਟ ਇੱਕ ਪਿਕਅਪ ਚਲਾਉਂਦੇ ਹਨ ਅਤੇ ਓਮਾਹਾ ਵਿੱਚ ਰਹਿੰਦੇ ਹਨ। ਦੂਜੇ ਪਾਸੇ ਬ੍ਰਾਂਸਨ ਆਪਣੀ ਖੁਦ ਦੀ 에ਅਰਲਾਈਨਸ ਵਿੱਚ ਉੱਡਦੇ ਹਨ ਅਤੇ ਬ੍ਰਿਟਿਸ਼ ਵਰਜਨ ਆਈਲੈਂਡਸ ਵਿੱਚ ਆਪਣੇ ਆਪ ਦੇ ਆਈਲੈਂਡ ਉੱਤੇ ਰਹਿੰਦੇ ਹਨ। ਲੇਕਿਨ ਇਹਨਾਂ ਵਿੱਚ ਤਿੰਨ ਚੀਜ਼ਾਂ ਸਮਾਨ ਹਨ। ਦੋਵੇਂ ਹੀ ਅਰਬਪਤੀ ਹਨ, ਦੋਵੇਂ ਹੀ ਬੇਹੱਦ ਵਿਹਾਰਿਕ ਹਨ ਅਤੇ ਇਹ ਦੋਵੇਂ ਹੀ ਨੈਟਵਰਕ ਮਾਰਕੀਟਿੰਗ ਕੰਪਨੀ ਦੇ ਮਾਲਕ ਹਨ। ਕੀ ਇਸ ਨਾਲ ਤੁਹਾਨੂੰ ਕੋਈ ਨਵੀਂ ਗੱਲ ਪਤਾ ਚੱਲਦੀ ਹੈ? ਸਿਟੀ ਗਰੁੱਪ, ਜੌਕੀ, ਲੋਰੀਅਲ, ਮੌਰਸ, ਰੈਮਿੰਗਟਨ ਐਂਡ ਯੂਨੀਲੀਵਰ। ਜਰਾ ਅੰਦਾਜ਼ਾ ਲਾਓ ਕਿ ਇਹਨਾਂ ਸਾਰੀਆਂ ਵਿੱਚ ਕਿਹੜੀ ਸਮਾਨਤਾ ਹੈ। ਇਹਨਾਂ ਸਾਰਿਆਂ ਨੇ ਨੈਟਵਰਕ ਮਾਰਕੀਟਿੰਗ ਦੇ ਸਮੁੰਦਰ ਵਿੱਚ ਆਪਣੇ ਪੈਰ ਦਾ ਅੰਗੂਠਾ ਰੱਖਿਆ ਹੈ, ਕੁਝ ਮਾਮਲਿਆਂ ਵਿੱਚ ਜਾਂ ਕਮਰ ਤੱਕ ਦਾ ਸਰੀਰ ਵੀ। ਅੱਜ ਕਈ ਮਾਹਰ ਅਤੇ ਸਫਲ ਵਪਾਰੀ
ਨੈਟਵਰਕ ਮਾਰਕੀਟਿੰਗ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਤੇਜ਼ ਗਤੀ ਨਾਲ ਵਿਕਸਿਤ ਹੋਣ ਵਾਲਾ ਬਿਜ਼ਨਸ ਮਾਡਲ ਵਿੱਚੋਂ ਇੱਕ ਮੰਨਦੇ ਹਨ।